प्यारे बच्चों, सब तो पहला मेरे वालों सारिਆਂ ਨੂੰ प्यार भरी सत श्री अकाल। मेरा नाम पवन कुमार, पंजाबी मास्टर, सरकारी मिडल स्कूल कुटी, जिला फिरोजपुर। प्यारे बच्चों, अज आपां लेख श्री गुरु नानक देव जी पढ़ांगे। इस तो पहला कि आपां लेख शुरू करिए, ये जानना जरूरी है कि लेख हुंदा की है और लेख लिखण दे लई असीं किहड़ियां-किहड़ियां गल्लां दा ध्यान रखना है। तां लेख तो भाव है कि वारतक दे विच कीती गई कोई रचना, कोई भी विशा लैके जदों असीं वारतक दे विच उहदी रचना करदे हां, ਉਹਦੇ हर पक्ष ਨੂੰ एक विषेवार तरीके ਦੇ ਨਾਲ ਲਿਖਦੇ ਹਾਂ, ਉਸ ਨੂੰ ਲੇਖ ਕਹਿੰਦੇ ਹੈ। ਹੁਣ ਪਿਆਰੇ ਬੱਚਿਓ, ਇਹ ਵਾਰਤਕ ਕੀ ਹੈ? ਜੋ ਸਾਹਿਤ ਹੈ, ਜੋ ਵੀ ਆਪਣਾ ਲਿਖਣ ਦੇ ਵਿੱਚ ਆਉਂਦੀ ਹੈ ਚੀਜ਼, ਉਹਨੂੰ ਦੋ ਭਾਗਾਂ ਦੇ ਵਿੱਚ ਆਪਾਂ ਵੰਡ ਦਿੰਦੇ ਹਾਂ। ਇੱਕ ਹੁੰਦਾ ਹੈ ਕਵਿਤਾ, ਜਿਹਨੂੰ ਅਸੀਂ ਗਾ ਵੀ ਸਕਨੇ ਆ, ਗਾਣੇ ਦੇ ਰੂਪ 'ਚ ਗਾਈ ਜਾ ਸਕਦੀ ਹੈ, ਉਹਨੂੰ ਕਵਿਤਾ ਬੋਲਦੇ ਹੈ। ਔਰ ਬਾਕੀ ਜਿੰਨੀਆਂ ਸਾਹਿਤ ਦੀਆਂ ਵੀ ਚੀਜ਼ਾਂ ਨੇ, ਇਹਨੂੰ ਆਪਾਂ ਵਾਰਤਕ ਦੇ ਵਿੱਚ ਰੱਖਣੇ ਆ। ਔਰ ਉਹਦੇ ਵਿੱਚੋਂ ਹੀ ਇੱਕ ਵਿਧੀ ਹੈ ਲੇਖ, ਜਿਹਦੇ ਵਿੱਚ ਕੋਈ ਵਿਸ਼ਾ ਲੈ ਕੇ ਉਹਦੇ ਬਾਰੇ ਆਪਾਂ ਸਾਰੇ ਪੱਖਾਂ ਤੋਂ ਉਹਨੂੰ ਖੋਲ੍ਹਦੇ ਹਾਂ। ਜਿਸ ਤਰ੍ਹਾਂ ਅੱਜ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਵਿਸ਼ਾ ਲੈ ਰਹੇ ਹਾਂ, ਉਹਨਾਂ ਦੇ ਬਾਰੇ ਵਿੱਚ ਆਪਾਂ ਜਾਣਕਾਰੀ ਹਾਸਲ ਕਰਾਂਗੇ। ਅਤੇ ਹੁਣ ਪਿਆਰੇ ਬੱਚੇ, ਆਪਾਂ ਵਿਚਾਰ ਕਰਦੇ ਹਾਂ ਕਿ ਲੇਖ ਲਿਖਣ ਦੇ ਲਈ ਅਸੀਂ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਹੈ। ਪਹਿਲੀ ਗੱਲ ਕਿ ਵਿਸ਼ਾ ਅਸੀਂ ਉਹ ਚੁਣਨਾ ਜਿੰਦੀ ਸਾਨੂੰ ਪੂਰੀ ਜਾਣਕਾਰੀ ਹੋਵੇ। ਜੇ ਜਾਣਕਾਰੀ ਨਹੀਂ ਹੈ ਤਾਂ ਪਹਿਲਾਂ ਜਾਣਕਾਰੀ ਇਕੱਠੀ ਕਰਨੀ ਹੈ। ਜਿਸ ਤਰ੍ਹਾਂ ਤੁਸੀਂ ਲੇਖ ਯਾਦ ਕਰਦੇ ਹੋ ਕਿਤੋਂ ਉਹਦੇ ਬਾਰੇ ਪੜ੍ਹਦੇ ਹੋ। ਲੇਖ ਲਿਖਣ ਦੇ ਲਈ ਸਭ ਤੋਂ ਮੁੱਢਲੀ ਗੱਲ, ਸਭ ਤੋਂ ਪਹਿਲੀ ਗੱਲ, ਸਾਨੂੰ ਉਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਦੂਜੀ ਗੱਲ, ਜਦੋਂ ਜਾਣਕਾਰੀ ਹੋ ਗਈ ਫਿਰ ਅਸੀਂ ਸਾਰੀਆਂ ਘਟਨਾਵਾਂ ਨੂੰ ਲੜੀਵਾਰ ਤਰੀਕੇ ਦੇ ਨਾਲ ਲਿਖਣਾ ਹੈ। ਜਿਸ ਤਰ੍ਹਾਂ ਅੱਜ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਲਿਖਾਂਗੇ ਤਾਂ ਸਭ ਤੋਂ ਪਹਿਲਾਂ ਅਸੀਂ ਉਹਨਾਂ ਬਾਰੇ ਜਾਣ ਪਛਾਣ ਕਰਾਵਾਂਗੇ। ਫਿਰ ਉਹਨਾਂ ਦੇ ਜਨਮ ਅਤੇ ਮਾਤਾ ਪਿਤਾ ਬਾਰੇ ਪੜ੍ਹਾਂਗੇ। ਫਿਰ ਅੱਗੇ ਚੱਲਾਂਗੇ, ਉਹਨਾਂ ਦੀ ਪੜ੍ਹਾਈ ਬਾਰੇ ਪੜ੍ਹਾਂਗੇ। ਫਿਰ ਅੱਗੇ ਚੱਲਾਂਗੇ, ਉਹਨਾਂ ਨੇ ਕੀ ਕੰਮ ਕਾਰ ਕੀਤੇ ਉਹਨਾਂ ਬਾਰੇ ਪੜ੍ਹਾਂਗੇ। ਫਿਰ ਅੱਗੇ ਚੱਲ ਕੇ ਉਹਨਾਂ ਦੇ ਵਿਆਹ ਬਾਰੇ ਪੜ੍ਹਾਂਗੇ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕੀ ਜ਼ਿੰਦਗੀ ਦੇ ਵਿੱਚ ਕੰਮ ਕੀਤੇ, ਉਹਨਾਂ ਦੇ ਕੁਝ ਹੋਰ ਕਿਹੜੇ ਗੁਣ ਸੀਗੇ। ਇਸ ਤਰ੍ਹਾਂ ਅੱਗੇ ਚੱਲਦੇ ਚੱਲਦੇ ਅੰਤ ਦੇ ਵਿੱਚ ਅਸੀਂ ਉਹਨਾਂ ਦੇ ਜੋਤੀ ਜੋਤ ਸਮਾਉਣ ਬਾਰੇ ਪੜ੍ਹਾਂਗੇ। ਇਹ ਨਹੀਂ ਕਿ ਸਭ ਤੋਂ ਪਹਿਲਾਂ ਅਸੀਂ ਜੋਤੀ ਜੋਤ ਸਮਾਉਣਾ ਸ਼ੁਰੂ ਕਰ ਦਈਏ, ਫਿਰ ਵਿਆਹ ਕਰਾ ਦਈਏ, ਫਿਰ ਬਚਪਨ ਵਾਲਾ ਪੁਆਇੰਟ ਲਿਖ ਦਈਏ। ਬੱਚੇ, ਐ ਨਹੀਂ। ਲੇਖ ਦੀਆਂ ਸਾਰੀਆਂ ਘਟਨਾਵਾਂ ਨੂੰ ਲੜੀਬੱਧ ਤਰੀਕੇ ਦੇ ਨਾਲ ਪੇਸ਼ ਕਰਨਾ ਜ਼ਰੂਰੀ ਹੈ। ਫਿਰ ਸਾਡੀ ਲਿਖਤ ਸਾਫ ਸੁਥਰੀ ਹੋਣੀ ਚਾਹੀਦੀ ਹੈ, ਸਾਫ ਲਿਖਾਈ ਦੇ ਵਿੱਚ ਲਿਖਣੀ ਹੈ ਤਾਂ ਕਿ ਪੜ੍ਹਨ ਵਾਲੇ ਨੂੰ ਸਮਝ ਆ ਸਕੇ ਔਰ ਪੇਪਰਾਂ ਦੇ ਵਿੱਚ ਸਾਨੂੰ ਵੱਧ ਤੋਂ ਵੱਧ ਨੰਬਰ ਮਿਲ ਸਕਣ। ਇਹ ਨਹੀਂ ਕਿ ਇਹੋ ਜਿਹੀ ਲਿਖਾਈ ਹੋਵੇ ਕਿਸੇ ਕੋਲੋਂ ਪੜ੍ਹੀ ਨਾ ਜਾਵੇ। ਫਿਰ ਲਿਖਣ ਲੱਗਿਆ ਅਸੀਂ ਸ਼ਬਦ ਜੋੜਾਂ ਦਾ ਖਾਸ ਧਿਆਨ ਰੱਖਣਾ ਹੈ। ਬਿਲਕੁਲ ਸ਼ੁੱਧ ਸ਼ਬਦ ਲਿਖਣੇ ਹੈ। ਇਹ ਨਹੀਂ ਕਿ ਵਿੱਚ ਅੱਖਰ ਗਲਤ ਹੋਣ ਜਾਂ ਕਾਹਲੀ ਦੇ ਵਿੱਚ ਉਹਨੂੰ ਗਲਤ ਲਿਖ ਦਈਏ। ਉਸ ਤੋਂ ਅੱਗੇ ਜਦੋਂ ਅਸੀਂ ਲੇਖ ਲਿਖਣਾ ਹੈ ਤਾਂ ਉਸ ਨੂੰ ਅਲੱਗ-ਅਲੱਗ ਪੈਰਿਆਂ ਦੇ ਵਿੱਚ ਲਿਖਣਾ ਹੈ। ਇੱਕ ਪੈਰੇ ਦੇ ਵਿੱਚ ਕਿਸੇ ਇੱਕ ਗੱਲ ਬਾਰੇ ਦੱਸਣਾ, ਮੰਨ ਲਓ ਜਨਮ ਬਾਰੇ ਦੱਸਤਾ, ਜਨਮ ਅਤੇ ਮਾਤਾ ਪਿਤਾ ਬਾਰੇ ਇੱਕ ਪੈਰੇ 'ਚ ਦੱਸਤਾ, ਅਤੇ ਦੂਜੇ ਪੈਰੇ ਦੇ ਵਿੱਚ ਅੱਗੋਂ ਜਿਹੜੀ ਨਵੀਂ ਗੱਲ ਕਰਨੀ ਹੈ ਉਹ ਅਲੱਗ ਪੈਰੇ ਦੇ ਵਿੱਚ ਕਰਨੀ ਹੈ। ਇੱਕੋ ਪੈਰੇ ਦੇ ਵਿੱਚ ਹੀ ਸਾਰਾ ਕੁਛ ਨਹੀਂ ਲਿਖ ਦੇਣਾ। ਉਹ ਪੈਰਾ ਰਚਨਾ ਹੁੰਦੀ ਹੈ, ਆਪਾਂ ਕਰਨਾ ਹੈ ਲੇਖ ਰਚਨਾ। ਅਤੇ ਲੇਖ ਅਲੱਗ-ਅਲੱਗ ਪੈਰਿਆਂ ਦੇ ਵਿੱਚ ਅਲੱਗ-ਅਲੱਗ ਜੋ ਆਪਾਂ ਉਪ ਵਿਸ਼ੇ ਲੈਣੇ ਨੇ ਉਹਨਾਂ ਨੂੰ ਅਲੱਗ-ਅਲੱਗ ਪੈਰਿਆਂ ਦੇ ਵਿੱਚ ਲਿਖਣਾ ਹੈ। ਫਿਰ ਬੱਚਿਓ, ਆਪਾਂ ਧਿਆਨ ਰੱਖਣਾ ਹੈ ਕਿ ਜਦੋਂ ਅਸੀਂ ਲੇਖ ਲਿਖ ਰਹੇ ਹਾਂ ਉਹਦੇ ਵਿੱਚ ਸਾਡੇ ਦੁਆਰਾ ਲਿਖੇ ਜਾਣ ਵਾਲੇ ਵਾਕ ਜ਼ਿਆਦਾ ਵੱਡੇ ਨਹੀਂ ਹੋਣੇ ਚਾਹੀਦੇ। ਭਾਵੇਂ 5-7 ਅੱਖਰਾਂ ਜਾਂ 10-10 ਅੱਖਰਾਂ ਦੀ ਵਾਕ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ। ਇਹ ਨਹੀਂ ਕਿ ਵਾਕ ਐਡਾ ਵੱਡਾ ਹੋਵੇ ਕਿ ਸਾਨੂੰ ਉਹ ਸਮਝਣ ਦੇ ਵਿੱਚ ਦਿੱਕਤ ਆਵੇ, ਸਮਝ ਹੀ ਨਾ ਲੱਗੇ। ਛੋਟੇ ਛੋਟੇ ਵਾਕਾਂ ਦੇ ਵਿੱਚ ਆਪਾਂ ਉਹ ਲੇਖ ਲਿਖਣਾ ਹੈ। ਫਿਰ ਪਿਆਰੇ ਬੱਚਿਓ,
ਉਹਦੇ ਵਿੱਚ ਜਿਹੜੀ ਭਾਸ਼ਾ ਵਰਤਣੀ ਹੈ ਇਹ ਧਿਆਨ ਰੱਖਣਾ ਹੈ ਕਿ ਭਾਸ਼ਾ ਸੁਚੱਜੀ ਵਰਤਣੀ ਹੈ। ਕੋਈ ਇਹੋ ਜਿਹੇ ਸ਼ਬਦ ਨਹੀਂ ਵਰਤਣੇ ਜਿਹੜੇ ਭੱਦੇ ਲੱਗਣ, ਜਾਂ ਜੋ ਕਈ ਵਾਰ ਅਸੀਂ ਆਮ ਆਪਣੇ ਘਰਾਂ ਦੇ ਵਿੱਚ ਤਾਂ ਵਰਤ ਲੈਂਦੇ ਹਾਂ, ਲੇਕਿਨ ਜਦੋਂ ਲਿਖਤ ਦੇ ਵਿੱਚ ਉਹਨੂੰ ਲੈ ਕੇ ਆਉਣਾ ਹੈ ਤਾਂ ਬੜਾ ਸੋਚ ਸਮਝ ਕੇ, ਬੜੇ ਧਿਆਨ ਦੇ ਨਾਲ ਚੰਗੀ ਸ਼ਬਦਾਵਲੀ ਦੇ ਵਿੱਚ ਲਿਖਣਾ ਹੈ। ਅਤੇ ਉਸ ਤੋਂ ਬਾਅਦ ਜਦੋਂ ਬੱਚਿਓ ਆਪਾਂ ਪੂਰਾ ਲੇਖ ਲਿਖ ਲੈਂਦੇ ਹਾਂ, ਫਿਰ ਉਹਨੂੰ 2-3 ਵਾਰ ਜ਼ਰੂਰ ਪੜ੍ਹਨਾ ਹੈ, ਤਾਂ ਕਿ ਜੇ ਕਿਤੇ ਗਲਤੀ ਨਾਲ ਸਾਡੇ ਕੋਲੋਂ ਕੋਈ ਗਲਤੀ ਹੋ ਹੀ ਗਈ ਹੈ ਤਾਂ ਉਹਨੂੰ ਅਸੀਂ ਸੁਧਾਰ ਸਕੀਏ ਔਰ ਪੇਪਰਾਂ ਦੇ ਵਿੱਚ ਵੱਧ ਤੋਂ ਵੱਧ ਨੰਬਰ ਹਾਸਲ ਕਰ ਸਕੀਏ। ਇਹ ਕੁਝ ਨਿਯਮ ਨੇ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਅਸੀਂ ਲੇਖ ਲਿਖਣਾ ਹੈ। ਅਤੇ ਅੱਜ ਦਾ ਲੇਖ ਆਪਾਂ ਪਿਆਰੇ ਬੱਚਿਓ ਸ਼ੁਰੂ ਕਰਦੇ ਹਾਂ। ਆਪਾਂ ਅੱਜ ਦੇ ਲੇਖ ਦੀ ਸ਼ੁਰੂਆਤ ਜਾਣ ਪਛਾਣ ਤੋਂ ਕਰਾਂਗੇ ਕਿ ਜਿਸ ਵਕਤ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ, ਉਸ ਸਮੇਂ ਅਨਿਆਂ ਦਾ ਬੋਲਬਾਲਾ ਸੀ। ਜੋ ਰਾਜੇ ਸੀ ਉਸ ਸਮੇਂ ਦੇ, ਉਹ ਜਨਤਾ ਨੂੰ ਹੀ ਲੁੱਟ ਰਹੇ ਸੀਗੇ। ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਸੀ। ਔਰਤਾਂ ਦੀ ਦਸ਼ਾ ਬਹੁਤ ਮਾੜੀ ਸੀ। ਆਮ ਇਨਸਾਨ ਦਾ ਜੀਣਾ ਔਖਾ ਸੀ। ਅਜਿਹੇ ਸਮੇਂ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਅਤੇ ਭਾਈ ਗੁਰਦਾਸ ਜੀ ਨੇ ਉਸ ਸਮੇਂ ਦਾ ਵਰਣਨ ਕਰਦੇ ਹੋਏ ਕੁਝ ਸਤਰਾਂ ਲਿਖੀਆਂ, ਜਿਨ੍ਹਾਂ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ। ਕਿਹੜੀਆਂ ਸਤਰਾਂ ਲਿਖੀਆਂ ਭਾਈ ਗੁਰਦਾਸ ਜੀ ਨੇ? ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਕਿ ਜਿਸ ਵਕਤ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ, ਉਸ ਸਮੇਂ ਆਪਾਂ ਪਹਿਲਾਂ ਪੜ੍ਹਿਆ ਕਿ ਅਨਿਆਂ ਫੈਲਿਆ ਹੋਇਆ ਸੀ, ਅਤੇ ਇਸ ਕਰਕੇ ਭਾਈ ਗੁਰਦਾਸ ਜੀ ਨੇ ਲਿਖਿਆ ਮਿਟੀ ਧੁੰਦ ਜਗ ਚਾਨਣ ਹੋਆ, ਕਿ ਉਹਨਾਂ ਨੇ ਅਨਿਆਂ ਨੂੰ ਖਤਮ ਕੀਤਾ, ਅਨਿਆਂ ਦੇ ਵਿਰੁੱਧ ਆਵਾਜ਼ ਉਠਾਈ, ਲੋਕਾਂ ਨੂੰ ਉਹਨਾਂ ਦੇ ਹੱਕਾਂ ਦੇ ਪ੍ਰਤੀ ਜਾਗਰੂਕ ਕੀਤਾ, ਔਰ ਇਸ ਤਰ੍ਹਾਂ ਉਹਨਾਂ ਨੇ ਹਨੇਰੇ ਨੂੰ ਖਤਮ ਕਰਕੇ ਪ੍ਰਕਾਸ਼ ਫੈਲਾਇਆ, ਚਾਨਣ ਫੈਲਾਇਆ। ਜਿਉਂ ਕਰ ਸੂਰਜ ਨਿਕਲਿਆ, ਉਦਾਹਰਨ ਦਿੱਤੀ ਹੈ ਨਾਲ ਕਿ ਜਿਵੇਂ ਜਦੋਂ ਸੂਰਜ ਨਿਕਲਦਾ ਹੈ ਤਾਂ ਹਨੇਰਾ ਆਪਣੇ ਆਪ ਹੀ ਦੂਰ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਤਾਂ ਉਹਨਾਂ ਨੇ ਹਨੇਰੇ ਨੂੰ ਦੂਰ ਕਰ ਦਿੱਤਾ। ਅਤੇ ਪਿਆਰੇ ਬੱਚਿਓ, ਦੂਜਾ ਪਹਿਰਾ ਆਪਾਂ ਪੜ੍ਹਾਂਗੇ ਜਨਮ ਅਤੇ ਮਾਤਾ ਪਿਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸੀ, ਪਹਿਲੇ ਗੁਰੂ ਸੀ। ਉਹਨਾਂ ਨੇ ਸਿੱਖ ਧਰਮ ਦੀ ਸ਼ੁਰੂਆਤ ਕੀਤੀ। ਉਹਨਾਂ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ 1469 ਈਸਵੀ ਦੇ ਵਿੱਚ ਰਾਏ ਭੋਏ ਦੀ ਤਲਵੰਡੀ ਵਿੱਚ ਹੋਇਆ, ਜੋ ਕਿ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਪਿਆਰੇ ਬੱਚਿਓ, ਇਹ ਸਥਾਨ ਅੱਜ ਕੱਲ੍ਹ ਨਨਕਾਣਾ ਸਾਹਿਬ ਦੇ ਨਾਂ ਦੇ ਨਾਲ ਪ੍ਰਸਿੱਧ ਹੈ। ਆਪ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਜੀ ਸੀ ਅਤੇ ਮਾਤਾ ਦਾ ਨਾਮ ਤ੍ਰਿਪਤਾ ਜੀ ਸੀ। 7 ਸਾਲ ਦੀ ਉਮਰ ਦੇ ਵਿੱਚ ਆਪ ਨੂੰ ਪੜ੍ਹਨ ਦੇ ਲਈ ਭੇਜਿਆ ਗਿਆ ਪਾਂਧੇ ਦੇ ਕੋਲ। ਆਪ ਨੇ ਆਪਣੇ ਉੱਚੇ ਸੁੱਚੇ ਵਿਚਾਰ ਜਦੋਂ ਪਾਂਧੇ ਨੂੰ ਦੱਸੇ ਤਾਂ ਪਾਂਧਾ ਆਪ ਤੋਂ ਬਹੁਤ ਪ੍ਰਭਾਵਿਤ ਹੋਇਆ। ਇਹ ਸੀ ਪਿਆਰੇ ਬੱਚਿਓ ਉਹਨਾਂ ਦੇ ਜਨਮ ਬਾਰੇ, ਉਹਨਾਂ ਦੇ ਮਾਤਾ ਪਿਤਾ ਬਾਰੇ ਔਰ ਉਹਨਾਂ ਦੀ ਵਿੱਦਿਆ ਬਾਰੇ ਕੁਝ ਵਿਚਾਰ। ਵੈਸੇ ਤਾਂ ਉਹਨਾਂ ਦੇ ਜਨਮ ਦੀਆਂ ਹੋਰ ਵੀ ਬਹੁਤ ਘਟਨਾਵਾਂ ਨੇ ਜਿਨ੍ਹਾਂ ਦਾ ਆਪਾਂ ਵਰਣਨ ਇੱਥੇ ਕਰ ਸਕਦੇ ਹਾਂ, ਲੇਕਿਨ ਤੁਹਾਡੀ ਜਮਾਤ ਦੇ ਅਨੁਸਾਰ ਇੰਨਾ ਬਹੁਤ ਹੈ। ਅੱਗੇ ਆਪਾਂ ਅਗਲਾ ਪਹਿਰਾ ਕਰਦੇ ਹਾਂ ਸੱਚਾ ਸੌਦਾ। ਤਾਂ ਪਿਆਰੇ ਬੱਚਿਓ, ਜਦੋਂ ਗੁਰੂ ਨਾਨਕ ਦੇਵ ਜੀ ਥੋੜ੍ਹੇ ਜਿਹੇ ਵੱਡੇ ਹੋਏ ਤਾਂ ਪਿਤਾ ਮਹਿਤਾ ਕਾਲੂ ਜੀ ਨੂੰ ਉਹਨਾਂ ਦੀ ਚਿੰਤਾ ਹੋਣ ਲੱਗੀ ਔਰ ਉਹਨਾਂ ਸੋਚਿਆ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਦੁਨਿਆਵੀ ਕੰਮ ਦੇ ਵਿੱਚ ਲਗਾਇਆ ਜਾਵੇ। ਅਕਸਰ ਹੀ ਸਾਰੇ ਮਾਤਾ ਪਿਤਾ ਸੋਚਦੇ ਹੈ, ਉਵੇਂ ਹੀ ਉਹਨਾਂ ਨੇ ਵੀ ਸੋਚਿਆ। ਖੁਦ ਉਹ ਇੱਕ ਪਟਵਾਰੀ ਸੀਗੇ ਔਰ ਉਹਨਾਂ ਨੇ ਆਪਣੇ ਬੱਚੇ ਨੂੰ, ਭਾਵ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਮੱਝਾਂ ਚਾਰਨ ਦੇ ਲਈ ਭੇਜਿਆ। ਇੱਥੇ ਵੀ ਬੇਟਾ ਬੜੀਆਂ ਸਾਖੀਆਂ ਜੁੜੀਆਂ ਹੋਈਆਂ ਨੇ, ਲੇਕਿਨ ਤੁਹਾਡੀ ਕਲਾਸ ਦੇ ਅਕੋਰਡਿੰਗ ਮੈਂ ਤੁਹਾਨੂੰ ਦੱਸ ਨਹੀਂ ਰਿਹਾ। ਤੁਸੀਂ ਲੋੜ ਦੇ ਅਨੁਸਾਰ ਜੇ ਤੁਹਾਨੂੰ ਕੋਈ ਸਾਖੀ ਉਹਨਾਂ ਬਾਰੇ ਪਤਾ ਹੈ ਤਾਂ ਤੁਸੀਂ ਇੱਥੇ ਲਿਖ ਸਕਦੇ ਹੋ। ਫਿਰ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ 20 ਰੁਪਏ ਦੇ ਕੇ
ਕੋਈ ਸੱਚਾ ਸੌਦਾ ਕਰਨ ਦੇ ਲਈ ਕਿਹਾ, ਭਾਵ ਕਮਾਈ ਕਰਨ ਦੇ ਲਈ ਕਿਹਾ। ਸ਼੍ਰੀ ਗੁਰੂ ਨਾਨਕ ਦੇਵ ਜੀ ਸ਼ਹਿਰ ਗਏ। ਜਦੋਂ ਵਾਪਸ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਉਹਨਾਂ ਨੂੰ ਭੁੱਖੇ ਸਾਧੂ ਮਿਲੇ। ਹੁਣ ਉਹ ਭੁੱਖੇ ਸੀ। ਗੁਰੂ ਨਾਨਕ ਦੇਵ ਜੀ ਨੇ ਸੋਚਿਆ ਕਿ ਕਿਉਂ ਨਾ ਇਹਨਾਂ ਭੁੱਖੇ ਸਾਧੂਆਂ ਨੂੰ ਭੋਜਨ ਕਰਾਇਆ ਜਾਵੇ, ਕਿਉਂਕਿ ਇਸ ਤੋਂ ਸੱਚਾ ਸੌਦਾ ਹੋਰ ਕਿਹੜਾ ਹੋ ਸਕਦਾ ਹੈ। ਆਪਾਂ ਵਿਚਾਰ ਪਹਿਲਾਂ ਹੀ ਕੀਤਾ ਕਿ ਉਹਨਾਂ ਦੇ ਵਿਚਾਰ ਸ਼ੁਰੂ ਤੋਂ ਹੀ ਧਾਰਮਿਕ ਸੀਗੇ, ਇਸ ਕਰਕੇ ਉਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਆਇਆ ਔਰ ਉਹਨਾਂ ਨੇ ਉਹਨਾਂ 20 ਰੁਪਈਆਂ ਦੇ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ। ਜਦੋਂ ਘਰੇ ਆਏ ਤਾਂ ਪਿਤਾ ਜੀ ਨੇ ਪੁੱਛਿਆ ਕਿ ਤੁਸੀਂ 20 ਰੁਪਈਆਂ ਦਾ ਕੀ ਕਰਕੇ ਆਏ ਹੋ? ਤੇ ਆਪ ਨੇ ਫਰਮਾਇਆ ਕਿ ਪਿਤਾ ਜੀ, ਮੈਂ ਉਹਨਾਂ 20 ਰੁਪਈਆਂ ਦੇ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ ਹੈ। ਇਸ 'ਤੇ ਪਿਤਾ ਮਹਿਤਾ ਕਾਲੂ ਜੀ ਬੜੇ ਨਾਰਾਜ਼ ਹੋਏ, ਲੇਕਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬੜੇ ਪ੍ਰੇਮ ਪਿਆਰ ਦੇ ਨਾਲ ਕਿਹਾ ਕਿ ਪਿਤਾ ਜੀ, ਤੁਸੀਂ ਸੱਚਾ ਸੌਦਾ ਕਰਨ ਦੇ ਲਈ ਕਿਹਾ ਸੀ ਔਰ ਇਸ ਤੋਂ ਜ਼ਿਆਦਾ ਸੱਚਾ ਸੌਦਾ ਹੋਰ ਕਿਹੜਾ ਹੋ ਸਕਦਾ ਹੈ। ਪਿਆਰੇ ਬੱਚਿਓ, ਇੱਥੋਂ ਪਤਾ ਲੱਗਦਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਬਚਪਨ ਦੇ ਵਿੱਚ ਹੀ ਧਾਰਮਿਕ ਵ੍ਰਿਤੀ ਦੇ ਮਾਲਕ ਸੀਗੇ। ਉਹਨਾਂ ਦੀ ਸੋਚ ਧਾਰਮਿਕ ਸੀ, ਚੰਗੀ ਸੀ। ਅੱਗੇ ਪਿਆਰੇ ਬੱਚਿਓ ਆਪਾਂ ਅਗਲੇ ਪਿਆਰੇ ਦੇ ਵਿੱਚ ਪਿਆਰੇ ਦਾ ਨਾਮ ਰੱਖਦੇ ਹਾਂ ਸੁਲਤਾਨਪੁਰ ਲੋਧੀ ਵਿੱਚ। ਅਤੇ ਅਗਲਾ ਉਹਨਾਂ ਦਾ ਜੀਵਨ ਸੁਲਤਾਨਪੁਰ ਲੋਧੀ ਦੇ ਵਿੱਚ ਬੀਤਿਆ ਹੈ। ਜਦੋਂ ਪਿਤਾ ਮਹਿਤਾ ਕਾਲੂ ਨੇ ਦੇਖਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮਨ ਘਰ ਦੇ ਕੰਮਾਂ ਵਿੱਚ ਨਹੀਂ ਲੱਗਦਾ, ਤਾਂ ਉਹਨਾਂ ਨੇ ਉਹਨਾਂ ਨੂੰ ਆਪਣੀ ਭੈਣ, ਆਪ ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਦੇ ਕੋਲ ਸੁਲਤਾਨਪੁਰ ਲੋਧੀ ਵਿੱਚ ਭੇਜ ਦਿੱਤਾ। ਜਦੋਂ ਸੁਲਤਾਨਪੁਰ ਲੋਧੀ ਦੇ ਵਿੱਚ ਭੇਜਿਆ ਗਿਆ ਤਾਂ ਉੱਥੇ ਉਹਨਾਂ ਦੇ ਭਣੋਈਏ ਜੈ ਰਾਮ ਨੇ ਉਹਨਾਂ ਨੂੰ ਨਵਾਬ ਦੌਲਤ ਖਾਨ ਲੋਧੀ ਦੇ ਮੋਦੀਖਾਨੇ ਦੇ ਵਿੱਚ ਨੌਕਰੀ 'ਤੇ ਲਵਾ ਦਿੱਤਾ। ਮੋਦੀਖਾਨਾ ਹੁੰਦਾ ਬੇਟਾ ਜਿੱਥੇ ਆਟਾ ਵਗੈਰਾ ਵੇਚਿਆ ਜਾਂਦਾ ਹੈ। ਹੁਣ ਉੱਥੇ ਬੜੀਆਂ ਇੱਥੇ ਵੀ ਸਾਖੀਆਂ ਪ੍ਰਚਲਿਤ ਨੇ ਕਿ ਗੁਰੂ ਨਾਨਕ ਦੇਵ ਜੀ ਕਿਵੇਂ ਤੋਲਦੇ ਸੀ 13 ਹੀ 13 ਕਰਕੇ। ਬਾਕੀ ਆਪਾਂ ਨੂੰ ਲਿਖਣ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ। ਜੇ ਤੁਸੀਂ ਲਿਖਣੀ ਚਾਹੋ ਤਾਂ ਕੋਈ ਸਾਖੀ ਇੱਥੇ ਵੀ ਲਿਖ ਸਕਦੇ ਹੋ। ਤਾਂ ਪਿਆਰੇ ਬੱਚਿਓ, ਉੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨੇ ਦੇ ਵਿੱਚ ਨੌਕਰੀ ਕੀਤੀ ਹੈ ਦੌਲਤ ਖਾਨ ਲੋਧੀ ਦੀ। ਅੱਗੇ ਪਿਆਰੇ ਬੱਚਿਓ ਅਗਲਾ ਪੈਰਾ ਹੈ ਵਿਆਹ। ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਬੀਬੀ ਸੁਲੱਖਣੀ ਦੇ ਨਾਲ ਹੋਇਆ। ਉਹਨਾਂ ਦੇ ਘਰ 2 ਸਪੁੱਤਰ ਪੈਦਾ ਹੋਏ, ਬਾਬਾ ਸ਼੍ਰੀ ਚੰਦ ਅਤੇ ਲਖਮੀ ਦਾਸ। ਅਤੇ ਇਹ ਉਹਨਾਂ ਦਾ ਗ੍ਰਹਿਸਥ ਜੀਵਨ ਸੀ। ਅਤੇ ਅੱਗੇ ਪਿਆਰੇ ਬੱਚਿਓ ਆਪਾਂ ਉਹਨਾਂ ਦੇ ਜੀਵਨ ਦੇ ਵਿੱਚ ਮੇਨ ਜਿਹੜੀ ਗੱਲ ਆਉਂਦੀ ਹੈ, ਘਟਨਾ ਆਉਂਦੀ ਹੈ, ਉਹ ਹੈ 4 ਉਦਾਸੀਆਂ ਅਤੇ ਉਪਦੇਸ਼। ਫਿਰ ਉਹਨਾਂ ਨੇ ਚਾਰੇ ਦਿਸ਼ਾਵਾਂ ਉੱਤਰ, ਦੱਖਣ, ਪੂਰਬ ਅਤੇ ਪੱਛਮ ਦੇ ਵਿੱਚ 4 ਉਦਾਸੀਆਂ ਕੀਤੀਆਂ। ਪਿੰਡ ਪਿੰਡ, ਸ਼ਹਿਰ ਸ਼ਹਿਰ ਦੇ ਵਿੱਚ ਗਏ, ਲੋਕਾਂ ਨੂੰ ਸੱਚ ਦਾ ਉਪਦੇਸ਼ ਦਿੱਤਾ। ਜੋ ਜਨਤਾ ਭਟਕ ਚੁੱਕੀ ਸੀ ਉਹਨੂੰ ਸਿੱਧੇ ਰਸਤੇ 'ਤੇ ਪਾਇਆ। ਇਸ ਤਰ੍ਹਾਂ ਲੋਕਾਂ ਨੂੰ ਹੋਰ ਉਹਨਾਂ ਨੇ ਬੜੇ ਉਪਦੇਸ਼ ਦਿੱਤੇ, ਜਿਨ੍ਹਾਂ ਦੇ ਵਿੱਚ ਮੁੱਖ ਉਪਦੇਸ਼ ਸੀ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਇਹ 3 ਉਹਨਾਂ ਦੇ ਉਪਦੇਸ਼ ਬੜੇ ਹੀ ਜ਼ਿਆਦਾ ਲੋਕਾਂ ਦੇ ਵਿੱਚ ਪ੍ਰਚਲਿਤ ਹੋਏ। ਉਹਨਾਂ ਨੇ ਔਰਤਾਂ ਨੂੰ ਬਹੁਤ ਸਤਿਕਾਰ ਦਿੱਤਾ। ਜਿਸ ਤਰ੍ਹਾਂ ਆਪਾਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਉਸ ਸਮੇਂ ਹਾਲਾਤ ਇਸ ਤਰ੍ਹਾਂ ਦੇ ਸੀ, ਅਨਿਆਂ ਫੈਲਿਆ ਹੋਇਆ ਸੀ ਔਰ ਔਰਤਾਂ ਦੀ ਦਸ਼ਾ ਬਹੁਤ ਮਾੜੀ ਸੀ। ਔਰਤ ਨੂੰ ਪੈਰ ਦੀ ਜੁੱਤੀ ਦੇ ਬਰਾਬਰ ਸਮਝਿਆ ਜਾਂਦਾ ਸੀ। ਲੇਕਿਨ ਅਜਿਹੇ ਸਮੇਂ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀ ਫਰਮਾਇਆ, ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ, ਕਿ ਅਸੀਂ ਉਹਨੂੰ ਮਾੜਾ ਕਿਵੇਂ ਕਹਿ ਸਕਦੇ ਹਾਂ ਜਿਹਨੇ ਰਾਜਿਆਂ ਮਹਾਰਾਜਿਆਂ ਨੂੰ ਜਨਮ ਦਿੱਤਾ ਹੈ, ਕਿਉਂਕਿ ਕਿ ਇਸਤਰੀ ਹੀ ਹੈ ਜੋ ਰਾਜਿਆਂ ਮਹਾਰਾਜਿਆਂ ਨੂੰ ਜਨਮ ਦਿੰਦੀ ਹੈ। ਇਸ ਤਰ੍ਹਾਂ ਪਿਆਰੇ ਬੱਚਿਓ ਆਪਾਂ ਨੂੰ ਪਤਾ ਲੱਗਦਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਇਸਤਰੀਆਂ ਦਾ ਬੜਾ ਸਤਿਕਾਰ ਕਰਦੇ ਸੀ। ਅੱਗੇ ਆਪਾਂ ਉਹਨਾਂ ਦੇ ਬਾਰੇ ਪੜ੍ਹਾਂਗੇ ਮਹਾਨ ਕਵੀ ਅਤੇ ਸੰਗੀਤਕਾਰ। ਪਿਆਰੇ ਬੱਚਿਓ, ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਕ ਧਾਰਮਿਕ ਵਿਦਵਾਨ ਸਨ, ਜਿੱਥੇ ਉਹਨਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ, ਉੱਥੇ ਉਹ ਇੱਕ ਮਹਾਨ ਕਵੀ ਅਤੇ ਸੰਗੀਤਕਾਰ ਵੀ ਸਨ।
ਉਹਨਾਂ ਨੇ 19 ਰਾਗਾਂ ਦੇ ਵਿੱਚ ਬਾਣੀ ਰਚੀ ਹੈ। ਅੱਜ ਕੱਲ੍ਹ ਆਪਾਂ ਵੇਖੀਏ ਤਾਂ ਰਾਗ ਬਹੁਤ ਘੱਟ ਲੋਕਾਂ ਨੂੰ ਆਉਂਦੇ ਹੈ, ਲੇਕਿਨ 19 ਰਾਗਾਂ ਦੇ ਵਿੱਚ ਬਾਣੀ ਰਚਨੀ ਆਪਣੇ ਆਪ ਦੇ ਵਿੱਚ ਸਿੱਧ ਕਰਦੀ ਏ ਕਿ ਉਹ ਇੱਕ ਮਹਾਨ ਕਵੀ ਸੀ। ਉਹਨਾਂ ਦੀਆਂ ਕਈ ਰਚਨਾਵਾਂ ਨੇ ਜਿਨ੍ਹਾਂ ਦੇ ਵਿੱਚੋਂ ਜਪਜੀ ਸਾਹਿਬ ਜੀ ਉਹਨਾਂ ਦੀ ਮੁੱਖ ਰਚਨਾ ਹੈ। ਆਸਾ ਦੀ ਵਾਰ ਵਗੈਰਾ ਹੋਰ ਵੀ ਉਹਨਾਂ ਦੀਆਂ ਰਚਨਾਵਾਂ ਨੇ। ਆਪ ਦੀ ਬਾਣੀ ਦੇ ਵਿੱਚੋਂ ਕਈ ਅਜਿਹੀਆਂ ਤੁਕਾਂ ਨੇ ਜਿਹੜੀਆਂ ਲੋਕਾਂ ਦੇ ਮੂੰਹ 'ਤੇ ਚੜ੍ਹ ਚੁੱਕੀਆਂ ਨੇ, ਔਰ ਹਰ ਇੱਕ ਨੂੰ ਉਹਨਾਂ ਤੁਕਾਂ ਬਾਰੇ ਪਤਾ ਹੈ। ਉਹਨਾਂ ਦੀਆਂ ਮੁੱਖ ਤੁਕਾਂ ਕੀ ਨੇ ਔਰ ਉਹਨਾਂ ਦਾ ਮਤਲਬ ਕੀ ਹੈ, ਇਹ ਮੈਂ ਤੁਹਾਨੂੰ ਦੱਸ ਦੇਣਾ। ਤੁਸੀਂ ਜਿੰਨਾ ਕੋਲ ਲਿਖਣਾ ਹੈ, ਇਕੱਲੀਆਂ ਤੁਕਾਂ ਲਿਖਣੀਆਂ, ਇਕੱਲੀਆਂ ਤੁਕਾਂ ਲਿਖ ਸਕਦੇ ਹੋ। ਜੇਕਰ ਉਹਨਾਂ ਦੇ ਅਰਥ ਲਿਖਣੇ ਚਾਹੋ ਤਾਂ ਲਿਖ ਸਕਦੇ ਹੋ, ਛੋਟ ਦੇ ਵਿੱਚ ਬਹੁਤ ਛੋਟੇ ਛੋਟੇ ਕਰਕੇ। ਜੇ ਨਹੀਂ ਲਿਖਣੇ ਤਾਂ ਨਾ ਲਿਖੋ, ਇਹ ਤੁਹਾਡੀ ਇੱਛਾ ਹੈ। ਤਾਂ ਪਹਿਲਾ ਉਹਨਾਂ ਦਾ ਜਿਹੜਾ ਤੁਕ ਹੈ ਉਹ ਹੈ ਮਨ ਜੀਤੈ ਜਗ ਜੀਤ, ਕਿ ਜੇਕਰ ਅਸੀਂ ਆਪਣੇ ਮਨ ਨੂੰ ਜਿੱਤ ਲਈਏ ਤਾਂ ਅਸੀਂ ਸੰਸਾਰ ਨੂੰ ਵੀ ਜਿੱਤ ਲਵਾਂਗੇ, ਕਿਉਂਕਿ ਇਹ ਸਾਡਾ ਮਨ ਹੀ ਹੈ ਜਿਹੜਾ ਸਾਨੂੰ ਭਜਾਈ ਫਿਰਦਾ ਹੈ, ਜਿਹੜਾ ਸਾਨੂੰ ਗਲਤ ਕੰਮ ਕਰਵਾਉਂਦਾ ਹੈ। ਔਰ ਸੱਚੇ ਅਤੇ ਸਹੀ ਕੰਮ ਵੀ ਅਸੀਂ ਮਨ ਦੀ ਮਦਦ ਦੇ ਨਾਲ ਕਰ ਸਕਦੇ ਹਾਂ। ਇਸ ਕਰਕੇ ਉਹਨਾਂ ਨੇ ਫਰਮਾਇਆ ਮਨ ਜੀਤੈ ਜਗ ਜੀਤ, ਕਿ ਜਿਹਨੇ ਆਪਣੇ ਮਨ ਨੂੰ ਜਿੱਤ ਲਿਆ ਉਹਨੇ ਇਸ ਸੰਸਾਰ ਨੂੰ ਜਿੱਤ ਲਿਆ। ਦੂਸਰਾ ਬੇਟੇ ਉਹਨਾਂ ਦੀ ਮੇਨ ਤੁਕ ਨਾਨਕ ਦੁਖੀਆ ਸਭ ਸੰਸਾਰ। ਉਹਨਾਂ ਨੇ ਫਰਮਾਇਆ ਕਿ ਸਾਰਾ ਸੰਸਾਰ ਹੀ ਦੁਖੀ ਹੈ। ਅਤੇ ਪਿਆਰੇ ਬੱਚਿਓ, ਉਹਨਾਂ ਦੀ ਇਸ ਤੁਕ ਤੋਂ ਇਹ ਸਮਝ ਆਉਂਦੀ ਹੈ ਕਿ ਸਾਨੂੰ ਛੋਟੇ ਮੋਟੇ ਦੁੱਖ ਦੇ ਵਿੱਚ ਹੋਣ 'ਤੇ ਘਬਰਾ ਨਹੀਂ ਜਾਣਾ ਚਾਹੀਦਾ। ਇਹ ਨਾ ਸੋਚੀਏ ਕਿ ਸਿਰਫ ਸਾਨੂੰ ਹੀ ਦੁੱਖ ਹੈ, ਕਿਉਂਕਿ ਗੁਰੂ ਸਾਹਿਬ ਜੀ ਨੇ ਫਰਮਾ ਦਿੱਤਾ ਹੈ ਕਿ ਸਾਰਾ ਸੰਸਾਰ ਹੀ ਦੁਖੀ ਹੈ। ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਗਰੀਬ ਹੈ, ਸਾਰੇ ਦੁਖੀ ਨੇ। ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਇਹ ਨਹੀਂ ਇਕੱਲੇ ਦੁੱਖ ਹੀ ਨੇ, ਸੁੱਖ ਵੀ ਨੇ, ਲੇਕਿਨ ਅਸੀਂ ਦੁੱਖਾਂ ਦੇ ਵਿੱਚ ਜ਼ਿਆਦਾ ਘਬਰਾ ਜਾਂਦੇ ਹਾਂ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਇਸ਼ਾਰਾ ਕੀਤਾ ਵੀ ਭਾਈ ਦੁੱਖਾਂ ਤੋਂ ਘਬਰਾਓ ਨਾ। ਇਹ ਨਾ ਸੋਚੋ ਕਿ ਸਿਰਫ ਅਸੀਂ ਦੁਖੀ ਹਾਂ, ਸਾਰਾ ਸੰਸਾਰ ਹੀ ਦੁਖੀ ਹੈ। ਫਿਰ ਉਹਨਾਂ ਦਾ ਇੱਕ ਹੋਰ ਤੁਕ ਬੜੀ ਪ੍ਰਚਲਿਤ ਹੋਈ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਕਿ ਮਿੱਠਾ ਬੋਲਣ ਦੇ ਵਿੱਚ ਹੀ ਸਾਰੇ ਗੁਣ ਆ ਜਾਂਦੇ। ਔਰ ਜੇਕਰ ਸਭ ਤੋਂ ਵੱਡਾ ਗੁਣ ਵੇਖਿਆ ਜਾਵੇ ਤਾਂ ਆਪਨੇ ਫਰਮਾਇਆ ਉਹ ਕਿਹੜਾ ਗੁਣ ਹੈ? ਮਿੱਠਾ ਬੋਲਣਾ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਕਹਿੰਦੇ ਮੈਂ ਇੱਕ ਤੱਤ ਕੱਢ ਕੇ ਤੁਹਾਡੇ ਸਾਹਮਣੇ ਰੱਖਤਾ ਵੀ ਜਿੰਨੇ ਗੁਣ ਨੇ, ਚੰਗਿਆਈਆਂ ਨੇ, ਉਹਨਾਂ ਦੇ ਵਿੱਚੋਂ ਮਿੱਠਾ ਬੋਲਣਾ ਆਪਣੇ ਆਪ ਦੇ ਵਿੱਚ ਬੜਾ ਹੀ ਮਹੱਤਵ ਰੱਖਦਾ ਹੈ। ਤਾਂ ਪਿਆਰੇ ਬੱਚਿਓ, ਸਾਨੂੰ ਗੁਰੂ ਨਾਨਕ ਦੇਵ ਜੀ ਦੇ ਇਸ ਉਪਦੇਸ਼ ਤੋਂ ਫਾਇਦਾ ਉਠਾਉਂਦੇ ਹੋਏ ਹਮੇਸ਼ਾ ਮਿੱਠਾ ਬੋਲਣਾ ਚਾਹੀਦਾ ਹੈ। ਕਦੇ ਵੀ ਕਿਸੇ ਦੇ ਨਾਲ ਕੁੜੱਤਣ ਦੇ ਨਾਲ ਨਹੀਂ ਬੋਲਣਾ ਚਾਹੀਦਾ, ਪਿਆਰ ਦੇ ਨਾਲ ਬੋਲਣਾ ਚਾਹੀਦਾ ਹੈ। ਆਪਾਂ ਜਮਾਤ ਦੇ ਵਿੱਚ ਬੈਠੇ ਹਾਂ, ਆਪਾਂ ਛੋਟੀ ਛੋਟੀ ਗੱਲ ਦੇ ਉੱਪਰ ਵੇਖੋ ਕਿਸੇ ਨਾ ਕਿਸੇ ਦੀ ਸ਼ਰਟ ਖਿੱਚਦੀ, ਕਿਸੇ ਨੂੰ ਚੁੰਡੀ ਭਰਤੀ, ਕਿਸੇ ਨੂੰ ਕੋਈ ਜਾਂਦੇ ਆਉਂਦੇ ਲੱਤ ਅੜਾਤੀ, ਡੇਗਤਾ, ਇਸ ਤਰ੍ਹਾਂ ਦੀਆਂ ਬੇਟੇ ਹਰਕਤਾਂ ਅਸੀਂ ਨਹੀਂ ਕਰਨੀਆਂ। ਹਰ ਇੱਕ ਦੇ ਨਾਲ ਬੜੇ ਪ੍ਰੇਮ ਪਿਆਰ ਦੇ ਨਾਲ ਰਹਿਣਾ ਹੈ, ਤਾਂ ਕਿ ਜੋ ਅਸੀਂ ਅੱਜ ਲੇਖ ਪੜ੍ਹ ਰਹੇ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ, ਉਹਨੂੰ ਜ਼ਿੰਦਗੀ ਦੇ ਵਿੱਚ ਅਪਣਾ ਸਕੀਏ, ਉਹਨਾਂ ਦੇ ਉਪਦੇਸ਼ 'ਤੇ ਚੱਲ ਸਕੀਏ। ਇਸ ਕਰਕੇ ਅਸੀਂ ਬੜੇ ਪ੍ਰੇਮ ਪਿਆਰ ਦੇ ਨਾਲ ਰਹਿਣਾ। ਆਂਢ ਗੁਆਂਢ ਦੇ ਵਿੱਚ ਪਤਾ ਲੱਗੇ ਵੀ ਬੱਚੇ ਸਕੂਲੋਂ ਪੜ੍ਹ ਕੇ ਆਉਂਦੇ ਨੇ, ਬੱਚੇ ਪੜ੍ਹਨ ਜਾਂਦੇ ਨੇ, ਚੰਗਾ ਸਿੱਖ ਰਹੇ ਨੇ। ਜਾ ਕੇ ਘਰੇ ਮਾਤਾ ਪਿਤਾ ਦੇ ਹੱਥਾਂ ਨੂੰ ਪੈਰਾਂ ਨੂੰ ਹੱਥ ਲਗਾਉਣੇ ਆ, ਉਹਨਾਂ ਦਾ ਆਸ਼ੀਰਵਾਦ ਲੈਣਾ ਹੈ। ਕਈ ਵਾਰੀ ਅਸੀਂ ਸੋਚ ਲੈਂਦੇ ਹਾਂ ਕਿ ਅਸੀਂ ਬੜਾ ਪਿਆਰ ਕਰਦੇ ਹਾਂ, ਲੇਕਿਨ ਬੱਚੇ ਪਿਆਰ ਦੇ ਨਾਲ ਨਾਲ ਜ਼ਰੂਰੀ ਹੈ ਕਿ ਅਸੀਂ ਉਹਨਾਂ ਨੂੰ ਦਿਖਾਈਏ ਵੀ ਅਸੀਂ ਪਿਆਰ ਕਰਦੇ ਹਾਂ। ਕੋਈ ਗੱਲ ਨਹੀਂ ਹੈ, ਜ਼ਰੂਰ ਉਹਨਾਂ ਦੇ ਪੈਰੀ ਹੱਥ ਲਾਈਏ, ਆਉਣ ਲੱਗਿਆ ਦਾਦਾ ਦਾਦੀ ਨੂੰ ਬੁਲਾ ਕੇ ਆਈਏ, ਉਹਨਾਂ ਦਾ ਆਸ਼ੀਰਵਾਦ ਲੈ ਕੇ ਆਈਏ। ਇਹ ਸਾਡੇ ਲਈ ਚੰਗੇ ਗੁਣ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਨੇ ਜ਼ਰੂਰੀ ਹੈ। ਉਸ ਤੋਂ ਬੇਟੇ ਅੱਗੇ ਆਪਾਂ ਚੱਲਦੇ ਹਾਂ। ਇਹਦੇ ਵਿੱਚ ਤੁਸੀਂ ਜ਼ਿਆਦਾ ਨਹੀਂ ਲਿਖਣਾ, ਸਿਰਫ ਉਹਨਾਂ ਦੀਆਂ ਤੁਕਾਂ ਹੀ ਲਿਖ ਦਿਓ ਜਿਹੜੀਆਂ ਤੁਹਾਨੂੰ ਆਉਂਦੀਆਂ ਨੇ। ਕੋਈ 2 4 5 ਤੁਕਾਂ ਤੁਸੀਂ ਲਿਖ ਸਕਦੇ ਹੋ। ਫਿਰ ਹੈ ਬੇਟਾ ਨਿਡਰ ਦੇਸ਼ ਭਗਤ। ਉਹ ਸਿਰਫ ਧਾਰਮਿਕ ਗੁਰੂ ਹੀ ਨਹੀਂ ਸੀਗੇ, ਜਾਂ ਸਿਰਫ ਮਹਾਨ ਕਵੀ ਅਤੇ ਸੰਗੀਤਕਾਰ ਹੀ ਨਹੀਂ ਸੀਗੇ, ਨਾਲ ਹੀ ਨਾਲ ਉਹ ਇੱਕ ਨਿਡਰ ਦੇਸ਼ ਭਗਤ ਵੀ ਸੀਗੇ। ਜਿਵੇਂ ਕਿ ਆਪਾਂ ਪਹਿਲਾਂ ਹੀ ਵਿਚਾਰ ਕੀਤਾ ਹੈ ਕਿ ਉਸ ਸਮੇਂ ਅਨਿਆਂ ਫੈਲਿਆ ਹੋਇਆ ਸੀ, ਹਾਹਾਕਾਰ ਮੱਚੀ ਸੀ, ਇਸਤਰੀਆਂ ਦਾ ਅਪਮਾਨ ਕੀਤਾ ਜਾ ਰਿਹਾ ਸੀ, ਔਰ ਅਜਿਹੇ ਸਮੇਂ ਦੇ ਵਿੱਚ ਕੋਈ ਬੋਲਣ ਦੀ ਹਿੰਮਤ ਨਹੀਂ ਸੀ ਕਰਦਾ, ਕਿਉਂਕਿ ਉਸ ਸਮੇਂ ਬਾਬਰ ਦਾ ਰਾਜ ਸੀ, ਔਰ ਬਾਬਰ ਬਹੁਤ ਅਤਿਆਚਾਰੀ ਰਾਜਾ ਸੀ। ਅਤੇ ਲੇਕਿਨ ਅਜਿਹੇ ਸਮੇਂ ਦੇ ਵਿੱਚ ਜਦੋਂ ਕੋਈ ਬੋਲਣ ਦੀ ਹਿੰਮਤ ਨਹੀਂ ਸੀ ਕਰ ਰਿਹਾ,
ਤੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਨਿਡਰਤਾ ਦੇਖੋ। ਉਹਨਾਂ ਨੇ ਅਜਿਹੇ ਸਮੇਂ ਦੇ ਵਿੱਚ ਬਾਬਰ ਦੀ ਲੁੱਟ ਖਸੁੱਟ ਦੇ ਵਿਰੁੱਧ ਜ਼ੋਰਦਾਰ ਸ਼ਬਦਾਂ ਦੇ ਵਿੱਚ ਆਵਾਜ਼ ਉਠਾਈ। ਉਹਨਾਂ ਦੀ ਬਾਣੀ ਵੀ ਲਿਖੀ ਗਈ ਹੈ ਇਹਦੇ ਬਾਰੇ, ਉਹਦੇ ਬਾਰੇ ਚਲੋ ਆਪਾਂ ਜ਼ਿਆਦਾ ਵਿਚਾਰ ਨਹੀਂ ਕਰਦੇ, ਤੁਸੀਂ ਪੜ੍ਹੀ ਹੋਏਗੀ, ਸੁਣੀ ਹੋਏਗੀ। ਉਹਨਾਂ ਨੇ ਬਾਬਲ ਦੀ ਜਿਹੜੀ ਹੈ ਉਹਦੇ ਵਿੱਚ ਪਾਪਾਂ ਦੀ ਜੰਗ ਦੇ ਨਾਲ ਉਹਦੀ ਤੁਲਨਾ ਕੀਤੀ ਹੈ। ਤੇ ਪਿਆਰੇ ਬੱਚਿਓ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਉਹ ਇੱਕ ਨਿਡਰ ਦੇਸ਼ ਭਗਤ ਵੀ ਸੀ। ਫਿਰ ਆ ਗਿਆ ਪਿਆਰੇ ਬੱਚਿਓ ਜੋਤੀ ਜੋਤ ਸਮਾਉਣਾ। ਇਸ ਤਰ੍ਹਾਂ ਇੰਨੇ ਮਹਾਨ ਵਿਅਕਤੀ ਆਖਰ ਅੰਤ ਦੇ ਵਿੱਚ 7 ਸਤੰਬਰ 1539 ਈਸਵੀ ਨੂੰ ਕਰਤਾਰਪੁਰ, ਜੋ ਕਿ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ, ਉੱਥੇ ਆਪ ਜੋਤੀ ਜੋਤ ਸਮਾ ਗਏ। ਜੋਤੀ ਜੋਤ ਸਮਾਉਣ ਤੋਂ ਭਾਵ ਹੈ ਇਸ ਸਰੀਰ ਦਾ ਚੋਲਾ ਛੱਡ ਦਿੱਤਾ ਉਹਨਾਂ ਨੇ। ਤੇ ਆਪ ਨੇ ਆਪਣੀ ਗੱਦੀ ਦਾ ਅਗਲਾ ਵਾਰਸ ਆਪਣੇ ਪੁੱਤਰਾਂ ਨੂੰ ਨਹੀਂ ਬਣਾਇਆ, ਸਗੋਂ ਆਪਣੇ ਬਹੁਤ ਹੀ ਸਤਿਕਾਰਯੋਗ ਸੇਵਕ, ਇੱਕ ਸਾਫ ਤੇ ਨੇਕ ਰਹਿਣੀ ਬਹਿਣੀ ਵਾਲੇ ਸੇਵਕ ਭਾਈ ਲਹਿਣਾ ਜੀ ਨੂੰ ਬਣਾਇਆ ਤੇ ਉਹਨਾਂ ਦਾ ਨਾਮ ਸ਼੍ਰੀ ਗੁਰੂ ਅੰਗਦ ਦੇਵ ਜੀ ਰੱਖ ਦਿੱਤਾ। ਔਰ ਉਹ ਦੂਸਰੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਨਾਮ ਦੇ ਨਾਲ ਪ੍ਰਸਿੱਧ ਹੋਏ। ਇਸ ਤਰ੍ਹਾਂ ਪਿਆਰੇ ਬੱਚਿਓ, ਆਪਾਂ ਇਸ ਪੂਰੇ ਲੇਖ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿੱਚ ਪੜ੍ਹਿਆ। ਜਿਹੜੇ ਮੁੱਖ ਪੁਆਇੰਟ ਆਪਾਂ ਪੜ੍ਹੇ ਨੇ ਉਹਨਾਂ ਬਾਰੇ ਇੱਕ ਵਾਰ ਫਿਰ ਮੈਂ ਸੰਖੇਪ ਦੇ ਵਿੱਚ ਦੱਸ ਦੇਣਾ। ਪਹਿਲਾਂ ਸਭ ਤੋਂ ਜਾਣ ਪਛਾਣ, ਦੂਸਰਾ ਜਨਮ ਤੇ ਮਾਤਾ ਪਿਤਾ, ਤੀਸਰਾ ਸੱਚਾ ਸੌਦਾ, ਚੌਥਾ ਸੁਲਤਾਨਪੁਰ ਲੋਧੀ ਵਿੱਚ, ਪੰਜਵਾਂ ਵਿਆਹ, ਛੇਵਾਂ 4 ਉਦਾਸੀਆਂ ਤੇ ਉਪਦੇਸ਼, ਸੱਤਵਾਂ ਮਹਾਨ ਕਵੀ ਤੇ ਸੰਗੀਤਕਾਰ, 8ਵਾਂ ਨਿਡਰ ਦੇਸ਼ ਭਗਤ, ਔਰ ਆਖਰ ਦੇ ਵਿੱਚ ਆਪਾਂ ਕੀਤਾ ਹੈ ਜੋਤੀ ਜੋਤ ਸਮਾਉਣਾ। ਤਾਂ ਪਿਆਰੇ ਬੱਚਿਓ, ਇਹ ਸੀ ਆਪਣਾ ਅੱਜ ਦਾ ਲੇਖ। ਹੁਣ ਪਿਆਰੇ ਬੱਚਿਓ, ਇਹ ਲੇਖ ਤਾਂ ਆਪਾਂ ਪੜ੍ਹ ਲਿਆ, ਲੇਕਿਨ ਨਾਲ ਦੀ ਨਾਲ ਹੀ ਤੁਹਾਨੂੰ ਨੈਸ ਦੀ ਤਿਆਰੀ ਵੀ ਕਰਾਈ ਜਾ ਰਹੀ ਹੈ ਸਕੂਲਾਂ ਦੇ ਵਿੱਚ। ਨੈਸ ਤੋਂ ਭਾਵ ਨੈਸ਼ਨਲ ਅਚੀਵਮੈਂਟ ਸਰਵੇ। ਤੇ ਉਹਦੇ ਵਿੱਚ ਆਪਾਂ ਨੂੰ ਇਹ ਨਹੀਂ ਦੇਖਣਾ ਕਿ ਆਪਾਂ ਪੜ੍ਹਿਆ ਕੀ ਹੈ, ਉਹਦੇ ਵਿੱਚ ਇਹ ਜਾਣਨਾ ਜ਼ਰੂਰੀ ਹੈ ਕਿ ਆਪਾਂ ਸਿੱਖਿਆ ਕੀ ਹੈ। ਹੁਣ ਇਸ ਦੇ ਲਈ ਇਹਦੇ ਵਿੱਚੋਂ ਹੀ ਤੁਹਾਨੂੰ ਮੈਂ ਕੁਛ ਸੰਖੇਪ ਜਿਹੇ ਪ੍ਰਸ਼ਨ ਪੁੱਛਾਂਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਦੇ ਵਿੱਚ। ਕਿਸ ਤਰ੍ਹਾਂ ਦੇ ਪ੍ਰਸ਼ਨ ਤੁਹਾਨੂੰ ਨੈਸ ਦੇ ਵਿੱਚ ਆ ਸਕਦੇ ਹੈ। ਪੰਜਾਬੀ ਦੇ ਵਿੱਚ 3 ਤਰ੍ਹਾਂ ਦੇ ਪ੍ਰਸ਼ਨ ਆਉਣਗੇ। ਇੱਕ ਪਹਿਰਾ ਆਏਗਾ, ਮੰਨ ਲਓ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਆਪਾਂ ਨੂੰ ਕੋਈ ਪਹਿਰਾ ਆ ਜਾਂਦਾ ਜਾਂ ਲੇਖ ਹੀ ਲਿਖਿਆ ਆ ਜਾਂਦਾ, ਉਹਦੇ ਵਿੱਚੋਂ ਕੁਝ ਪ੍ਰਸ਼ਨ ਪੁੱਛੇ ਹੋਣਗੇ ਜਿਹਦੇ 4 ਉੱਤਰ ਦਿੱਤੇ ਹੋਣਗੇ, ਭਾਵ ਬਹੁ ਵਿਕਲਪੀ ਪ੍ਰਸ਼ਨ। ਉਹਨਾਂ ਪ੍ਰਸ਼ਨਾਂ ਦੇ ਉੱਤਰ ਤੁਸੀਂ ਦੇਣੇ ਹੈ। ਹੁਣ ਜਿਵੇਂ ਮੈਂ ਪਹਿਲਾ ਸਵਾਲ ਕਰਦਾ ਕਿ ਸਿੱਖ ਧਰਮ ਦੇ ਮੋਢੀ ਕੌਣ ਸਨ। ਉਹਦੇ ਵਿਕਲਪ ਨੇ 4। ਪਹਿਲਾ ਵਿਕਲਪ ਸ਼੍ਰੀ ਗੁਰੂ ਨਾਨਕ ਦੇਵ ਜੀ, ਦੂਜਾ ਵਿਕਲਪ ਸ਼੍ਰੀ ਗੁਰੂ ਅੰਗਦ ਦੇਵ ਜੀ, ਤੀਜਾ ਵਿਕਲਪ ਸ਼੍ਰੀ ਗੁਰੂ ਅਮਰਦਾਸ ਜੀ, ਚੌਥਾ ਵਿਕਲਪ ਸ਼੍ਰੀ ਗੁਰੂ ਅਰਜਨ ਦੇਵ ਜੀ। ਤਾਂ ਪਿਆਰੇ ਬੱਚਿਓ, ਸਹੀ ਜਵਾਬ ਕੀ ਹੈ? ਬਿਲਕੁਲ ਸਹੀ ਜਵਾਬ ਸ਼੍ਰੀ ਗੁਰੂ ਨਾਨਕ ਦੇਵ ਜੀ। ਚਲੋ ਇਸ ਤਰ੍ਹਾਂ ਦੇ 1-2 ਆਪਾਂ ਹੋਰ ਪ੍ਰਸ਼ਨ ਦੇਖਦੇ ਹਾਂ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ? 15, 16, 17 ਜਾਂ 19? ਬਿਲਕੁਲ ਠੀਕ ਹੈ ਪਿਆਰੇ ਬੱਚਿਓ, ਉਹਨਾਂ ਨੇ 19 ਰਾਗਾਂ ਦੇ ਵਿੱਚ ਬਾਣੀ ਰਚੀ। ਇਸ ਤਰ੍ਹਾਂ ਪਿਆਰੇ ਬੱਚਿਓ, ਇੱਕ ਤਾਂ ਹੋ ਗਏ ਬਹੁ ਵਿਕਲਪੀ ਪ੍ਰਸ਼ਨ, ਇੱਕ ਆਣਗੇ ਤੁਹਾਨੂੰ ਠੀਕ ਗਲਤ ਆ ਸਕਦੇ ਨੇ ਪੇਪਰਾਂ ਦੇ ਵਿੱਚ, ਜ਼ਰੂਰੀ ਨਹੀਂ ਨੈਸ ਦੇ ਵਿੱਚ ਆਉਣ। ਹੁਣ ਪੇਪਰਾਂ ਦੀ ਆਪਾਂ ਗੱਲ ਕਰ ਰਹੇ ਹਾਂ, ਪੇਪਰਾਂ ਦੇ ਵਿੱਚ ਵੀ ਤੁਹਾਨੂੰ ਅੱਜ ਕੱਲ੍ਹ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਜ਼ਿਆਦਾ ਆਉਂਦੇ ਨੇ ਤੇ ਲੇਖ ਦੇ ਨਾਲ ਵੀ ਸੰਬੰਧਿਤ ਛੋਟੇ ਪ੍ਰਸ਼ਨ ਆ ਸਕਦੇ ਹੈ। ਤਾਂ ਆਪਾਂ ਉਹਨਾਂ ਦਾ ਅਭਿਆਸ ਕਰਦੇ ਹਾਂ, ਦੇਖਦੇ ਹਾਂ ਕਿ ਤੁਸੀਂ ਕਿੰਨਾ ਸਿੱਖਿਆ ਹੈ। ਤਾਂ ਪਿਆਰੇ ਬੱਚਿਓ, ਠੀਕ ਗਲ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1539 ਈਸਵੀ ਦੇ ਵਿੱਚ ਹੋਇਆ। ਗਲਤ, ਬਿਲਕੁਲ ਸਹੀ ਹੈ ਜੀ, ਇਹ ਗਲਤ ਜਵਾਬ ਹੈ। ਇਹ ਗਲਤ ਹੈ ਕਿਉਂਕਿ ਉਹਨਾਂ ਦਾ ਜਨਮ 1469 ਈਸਵੀ ਦੇ ਵਿੱਚ ਹੋਇਆ ਸੀ। ਉਸ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਜੀ ਸੀ। ਬਿਲਕੁਲ ਸਹੀ ਜਵਾਬ ਹੈ ਪਿਆਰੇ ਬੱਚਿਓ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 2 ਪੁੱਤਰ ਸਨ,
ਬਿਲਕੁਲ ਠੀਕ ਜਵਾਬ ਹੈ ਜੀ, ਸਹੀ ਜਵਾਬ। ਉਸ ਤੋਂ ਬਾਅਦ ਪਿਆਰੇ ਬੱਚੋ ਖਾਲੀ ਥਾਵਾਂ ਆ ਸਕਦੀਆਂ ਆਪਾਂ ਨੂੰ ਪੇਪਰ ਦੇ ਵਿੱਚ। ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਭੈਣ ਖਾਲੀ ਥਾਂ ਕੋਲ ਖਾਲੀ ਥਾਂ ਗਏ। ਆਪਣੀ ਭੈਣ ਬਿਲਕੁਲ ਸਹੀ ਹੈ ਜੀ, ਬੇਬੇ ਨਾਨਕੀ ਕੋਲ ਸੁਲਤਾਨਪੁਰ ਲੋਧੀ ਵਿੱਚ ਗਏ। ਉਸ ਤੋਂ ਬਾਅਦ ਪਿਆਰੇ ਬੱਚਿਓ ਮਲਾਨ ਚਿੰਨ੍ਹ ਆ ਸਕਦੇ ਹੈ। ਜਿਸ ਤਰ੍ਹਾਂ ਇੱਧਰ ਕੋਈ ਘਟਨਾਵਾਂ ਦੇਤੀਆਂ, ਦੂਸਰੇ ਪਾਸੇ ਸਾਲ ਦੇਤੇ ਜਾਂ ਹੋਰ ਕਿਸੇ ਵੀ ਤਰ੍ਹਾਂ। ਜਿਸ ਤਰ੍ਹਾਂ ਇੱਧਰ ਦਿੱਤਾ ਸ਼੍ਰੀ ਗੁਰੂ ਨਾਨਕ ਦੇਵ ਜੀ, ਦੂਜੇ ਪਾਸੇ ਸਿੱਖ ਧਰਮ ਦੇ ਮੋਢੀ। ਇੱਧਰ ਦਿੱਤਾ ਮਹਿਤਾ ਕਾਲੂ, ਉੱਧਰ ਦਿੱਤਾ ਪਿਤਾ। ਇੱਧਰ ਦਿੱਤਾ ਸ਼੍ਰੀ ਚੰਦ, ਉੱਧਰ ਲਿਖਤਾ ਬੇਟਾ। ਸ਼੍ਰੀ ਗੁਰੂ ਅੰਗਦ ਦੇਵ ਜੀ ਦੂਸਰੀ ਪਾਤਸ਼ਾਹੀ। ਸ਼੍ਰੀ ਗੁਰੂ ਨਾਨਕ ਦੇਵ ਜੀ ਲੇਖ ਵੀ ਦੇ ਸਕਦੇ ਨੇ, ਉੱਧਰ ਪਰਲੇ ਪਾਸੇ ਪਹਿਲੇ ਗੁਰੂ ਵੀ ਦੇ ਸਕਦੇ ਆ, ਸਿੱਖ ਧਰਮ ਦੇ ਮੋਢੀ ਵੀ ਦੇ ਸਕਦੇ ਆ। ਇਸ ਤਰ੍ਹਾਂ ਕੁਛ ਵੀ ਲਿਖਿਆ ਹੋ ਸਕਦਾ, ਆਪਾਂ ਸਹੀ ਮਿਲਾਨ ਕਰਨਾ ਹੋਏਗਾ। ਤੇ ਪਿਆਰੇ ਬੱਚਿਓ ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਬਹੁਵਿਕਲਪੀ ਪ੍ਰਸ਼ਨ, ਖਾਲੀ ਥਾਵਾਂ, ਠੀਕ ਗਲਤ, ਮਿਲਾਨ ਚਿੰਨ੍ਹ ਜਾਂ ਹੋਰ ਵੀ ਕਿਸੇ ਤਰ੍ਹਾਂ ਦੇ ਕੋਈ ਪ੍ਰਸ਼ਨ, ਘਟਨਾਵਾਂ ਨੂੰ ਲੜੀ ਵਿੱਚ ਕਰਨਾ। ਲੇਖ ਦੇ ਵਿੱਚੋਂ 4 ਘਟਨਾਵਾਂ ਲਿਖਤੀਆਂ, ਜਿਵੇਂ ਆਪਾਂ ਪੁਆਇੰਟ ਕੀਤੇ ਨੇ, 4 ਪੁਆਇੰਟ ਲਿਖਤੇ। ਸੱਚਾ ਸੌਦਾ, ਜਨਮ ਤੇ ਮਾਤਾ ਪਿਤਾ, ਨਿਡਰ ਦੇਸ਼ ਭਗਤ, ਵਿਆਹ, ਜੋਤੀ ਜੋਤ ਸਮਾਉਣਾ। ਇਹਨਾਂ ਨੂੰ ਤਰਤੀਬ ਦੇ ਵਿੱਚ ਲਗਾਉਣਾ। ਇਸ ਤਰ੍ਹਾਂ ਦੇ ਕੋਈ ਵੀ ਪ੍ਰਸ਼ਨ ਆ ਸਕਦੇ ਹੈ ਅਤੇ ਮੈਂ ਉਮੀਦ ਕਰਦਾ ਕਿ ਤੁਸੀਂ ਲੇਖ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਏਗਾ ਔਰ ਜਿਸ ਵੀ ਤਰ੍ਹਾਂ ਦੇ ਪ੍ਰਸ਼ਨ ਆ ਜਾਣ ਤੁਸੀਂ ਹਰ ਇੱਕ ਤਰ੍ਹਾਂ ਦੇ ਪ੍ਰਸ਼ਨ ਕਰਨ ਦੇ ਕਾਬਲ ਬਣ ਗਏ ਹੋਵੋਗੇ। ਧੰਨਵਾਦ।